ਮੇਰੇ ਵੱਲੋਂ ਲੋਕਧਾਰਾ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਗੁਰੂ ਫਤਿਹ ਪ੍ਰਵਾਨ ਕਰਨੀ। ਤੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦੀ ਹੋਈ ਵੀ ਆਪਾਂ ਆਪਣੇ ਮੁੱਖ ਮੁੱਦੇ ਤੇ ਆਈਏ। ਮੇਰਾ ਅੱਜ ਦਾ ਵਿਸ਼ਾ ਹੈਗਾ ਵੀ ਜੋ ਵੀ ਅੱਜ ਕੁਦਰਤ ਨੇ ਸਾਡੇ ਸੰਸਾਰ ਦੇ ਉੱਪਰ ਤਬਾਹੀ ਮਚਾਈ ਹੋਈ ਆ, ਜੋ ਅਸੀਂ ਅੱਜ ਝੇਲ ਰਹੇ ਹਾਂ, ਇਸ ਨੂੰ ਵੀ ਇਹਦਾ ਮੁੱਖ ਕਾਰਨ ਕੀ ਆ। ਇਹਦਾ ਮੁੱਖ ਕਾਰਨ ਮੇਰੇ ਖਿਆਲ ਦੇ ਵਿੱਚ ਤਾਂ ਇਹੀ ਆ ਕਿ ਅਸੀਂ ਵਾਤਾਵਰਨ ਨੂੰ ਇੰਨਾ ਅਸ਼ੁੱਧ ਕਰ ਦਿੱਤਾ, ਦੂਸ਼ਿਤ ਕਰ ਦਿੱਤਾ। ਉਹਦਾ ਨਤੀਜਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈਗਾ। ਸਾਨੂੰ ਗੁਰੂ ਨਾਨਕ ਦੇਵ ਜੀ ਨੇ ਇੱਕ ਸੁਨੇਹਾ ਦਿੱਤਾ ਸੀ, ਪਵਨ ਗੁਰੂ ਪਾਣੀ ਪੀਤਾ, ਮਾਤਾ ਧਰਤ ਮਹੱਤ। ਸੋ ਅਸੀਂ ਅੱਜ ਉਸੇ ਹੀ ਇੱਕ ਤੁਕ ਦੀ ਵਿਚਾਰ ਕਰ ਲਈਏ, ਸ਼ਾਇਦ ਸਾਡੇ ਲਈ ਬਿਹਤਰ ਹੋਏਗਾ। ਪੜ੍ਹਦੇ ਹਾਂ ਅਸੀਂ ਰੋਜ਼ਾਨਾ ਸਵੇਰ ਦੇ ਸਾਡੇ ਜਪਜੀ ਸਾਹਿਬ ਦੀ ਬਾਣੀ ਤੋਂ ਉਸ ਸ਼ਲੋਕ ਨੂੰ ਅਸੀਂ ਪੜ੍ਹਦੇ ਹਾਂ ਅਖੀਰ ਦੇ ਵਿੱਚ, ਦਿਨੇ ਵੀ ਕਈ ਵਾਰੀ ਸੁਣਦੇ ਹਾਂ। ਤੁਸੀਂ ਵੀ ਸਾਰੇ ਸੁਣਦੇ ਹੋਵੋਗੇ, ਵਿਚਾਰਦੇ ਵੀ ਹੋਵੋਗੇ, ਹੋ ਸਕਦਾ ਮੇਰੇ ਨਾਲੋਂ ਜ਼ਿਆਦਾ ਵਿਚਾਰਦੇ ਹੋਵੋ ਤੁਸੀਂ। ਉੱਥੇ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਨੇ ਸੁਨੇਹਾ ਦਿੱਤਾ, ਪਵਨ ਗੁਰੂ, ਜਿਹੜੀ ਪੌਣ ਆ ਸਾਡੀ ਹਵਾ ਹੈਗੀ ਆ, ਵੀ ਉਹਨੂੰ ਅਸੀਂ ਗੁਰੂ ਦਾ ਦਰਜਾ ਦਿੱਤਾ ਹੈ ਉਹਨਾਂ ਨੇ। ਪਰ ਅਸੀਂ ਅੱਜ ਤੱਕ ਗੁਰੂ ਸਿਰਫ ਆਪਣੇ ਗੁਰੂਆਂ ਨੂੰ, ਅਧਿਆਪਕਾਂ ਨੂੰ ਹੀ ਗੁਰੂ ਮੰਨਦੇ ਹਾਂ, ਜਾਂ ਜਿਨ੍ਹਾਂ ਤੋਂ ਅਸੀਂ ਕੁਛ ਸਿੱਖਦੇ ਹਾਂ। ਪਰ ਉਹ ਤਾਂ ਪੂਰੀ ਸ੍ਰਿਸ਼ਟੀ ਹੈਗੇ ਨੇ ਪਵਨ ਨੂੰ, ਵੀ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਜਨਮ ਦਿੱਤਾ ਹੈਗਾ, ਸ੍ਰਿਸ਼ਟੀ ਨੂੰ ਸੰਭਾਲਿਆ ਪੂਰੀ ਨੂੰ ਉਸਨੇ, ਤੇ ਸ੍ਰਿਸ਼ਟੀ ਨੂੰ ਦੇਖ ਰਿਹਾ, ਹਰ ਇੱਕ ਨੂੰ ਹਰ ਇੱਕ ਜਗ੍ਹਾ 'ਤੇ ਕੰਟਰੋਲ ਕਰ ਰਿਹਾ ਆਪਣੇ ਵਾਤਾਵਰਨ ਨੂੰ, ਚਾਹੇ ਉਹ ਹਵਾ ਦੇ ਉੱਪਰ ਵਾਯੂਮੰਡਲ ਦੇ ਵਿੱਚ ਆ, ਚਾਹੇ ਧਰਤੀ 'ਤੇ ਆ, ਚਾਹੇ ਉਹ ਪਾਣੀ ਦੇ ਅੰਦਰ ਆ। ਹਵਾ ਆਪਣਾ ਕੰਮ ਕਰ ਰਹੀ ਆ, ਉਹਦੇ ਵਿੱਚ ਇੰਨੀ ਆਕਸੀਜਨ ਹੈਗੀ ਆ ਕਿ ਉਹ ਸਾਰੀ ਸ੍ਰਿਸ਼ਟੀ ਨੂੰ ਸੰਭਾਲ ਰਹੀ ਆ। ਜੇ ਅਸੀਂ ਉਸੇ ਨੂੰ ਗੰਦਲਾ ਕਰੀ ਜਾਵਾਂਗੇ, ਉਹਨੂੰ ਦੂਸ਼ਿਤ ਕਰੀ ਜਾਵਾਂਗੇ ਧੂਏ ਤਖਾੜ ਦੇ ਨਾਲ, ਤੇ ਉਹਦੇ ਅੰਦਰ ਤਾਂ ਆਕਸੀਜਨ ਖਤਮ ਹੋ, ਜਦੋਂ ਆਕਸੀਜਨ ਖਤਮ ਹੋ ਗਈ ਤਾਂ ਸਮਝ ਲਓ ਸਾਰੀ ਬਨਸਪਤੀ ਖਤਮ ਹੀ ਹੋ ਜਾਣੀ ਆ, ਕੋਈ ਵੀ ਜਿੰਦਾ ਨਹੀਂ ਰਹੂਗਾ। ਹਵਾ ਵਾ, ਹਵਾ ਚੱਲਦੀ ਆ ਤਾਂ ਹਵਾ ਦੇ ਵਿੱਚ ਪਤਾਲ ਤੱਕ ਉਹਦਾ ਜੀਵਨ ਚੱਲਦਾ, ਜਹਾਜ਼ ਉੱਡਦੇ ਆ, ਹਰ ਇੱਕ ਚੀਜ਼ ਹੁੰਦੀ ਆ ਹਵਾ ਦੇ ਨਾਲ ਹੀ ਆ। ਪਸ਼ੂ ਪੰਛੀ ਜੋ ਵੀ ਹੈਗਾ ਸਾਰਾ ਉਹਦੀ ਮਿਹਰ ਦੇ ਨਾਲ ਹੈਗਾ ਸਾਰਾ ਕੁਝ। ਇਹਨੂੰ ਅਸੀਂ ਬਚਾਉਣਾ ਵਾ, ਬਚਾਉਣ ਦੇ ਉਪਰਾਲੇ ਅਸੀਂ ਆਪ ਹੀ ਕਰਨੇ ਆ। ਅਸੀਂ ਇਹਨੇ ਅਣਜਾਣ ਨਹੀਂ ਕਿ ਸਾਨੂੰ ਪਤਾ ਨਹੀਂ ਕੁਝ ਵੀ ਹੈਗਾ। ਜਨਮੇਜਾ ਕਾਲ। ਤੇ ਦੂਸਰੀ ਗੱਲ ਹੈਗੀ ਆ ਕਿ ਆਪਾਂ ਉਹ ਕਹਿ ਗਏ ਨੇ ਆਪਾਂ ਨੂੰ ਪਾਣੀ ਪੀਤਾ। ਪਿਤਾ ਵੀ ਅਸੀਂ ਅੱਜ ਤੱਕ ਆਪਣੇ ਜਨਮ ਦਿਨ ਵਾਲੇ ਪਿਤਾ ਨੂੰ ਹੀ ਪਿਤਾ ਨੂੰ ਸਨਮਾਨ ਦਿੱਤਾ, ਪਾਣੀ ਨੂੰ ਅਸੀਂ ਉਹ ਸਨਮਾਨ ਦੇ ਹੀ ਨਹੀਂ ਸਕੇ। ਪਾਣੀ ਤਾਂ ਅਸੀਂ ਇਹ ਰੱਖ ਲਿਆ, ਨਹਾ ਲਿਆ, ਧੋ ਲਿਆ, ਡੋਲ ਲਿਆ, ਕੱਪੜੇ ਧੋ ਲਏ, ਗੰਦਾ ਕਰ ਲਿਆ, ਇੱਦਾਂ ਅਸੀਂ ਉਹਨੂੰ ਵੇਸਟ ਕੀਤਾ, ਬਹੁਤ ਬਰਬਾਦ ਕੀਤਾ ਪਾਣੀ ਨੂੰ। ਜਦ ਕਿ ਜੋ ਪਾਣੀ ਆ, ਪਾਣੀ ਦੀ ਜਿਹੜੀ ਮਿਕਦਾਰ ਹੈਗੀ ਆ ਧਰਤੀ ਦੇ ਨਾਲੋਂ 3 ਗੁਣਾ ਜ਼ਿਆਦਾ। ਪਾਣੀ ਆਪਣੇ ਪਿਤਾ ਵਾਲਾ ਫਰਜ਼ ਨਿਭਾਉਂਦਾ, ਧਰਤੀ ਦੇ ਉੱਪਰਲੀ ਬਨਸਪਤੀ ਨੂੰ ਵੀ ਸੰਭਾਲ ਰਿਹਾ ਵਾ, ਉਹ ਬੰਦਿਆਂ ਨੂੰ ਪਾਣੀ ਦੇ ਰਿਹਾ, ਜੀਵਾਂ ਨੂੰ ਪਾਣੀ ਦੇ ਰਿਹਾ, ਸਾਰੀ ਬਨਸਪਤੀ ਨੂੰ ਪਾਣੀ ਦੇ ਰਿਹਾ। ਤੇ ਆਪਦੀ ਜਿਹੜੀ ਪਾਣੀ ਦੇ ਅੰਦਰ ਉਹਦੀ ਉਹ ਬਨਸਪਤੀ ਹੈਗੀ ਆ, ਧਰਤੀ ਦੇ ਨਾਲੋਂ ਕਿਤੇ ਜ਼ਿਆਦਾ, ਧਰਤੀ ਦੇ ਨਾਲੋਂ 7 ਪ੍ਰਕਾਰ ਦੇ ਜੀਵ ਜੰਤੂ ਉਸ ਦੇ ਵਿੱਚ ਜ਼ਿਆਦਾ ਹੈਗੇ ਨੇ। ਤੇ ਉਹ ਉਹਨਾਂ ਦੀ ਦੇਖਭਾਲ ਕਰਦੇ ਹੋਏ ਧਰਤੀ ਨੂੰ ਵੀ ਸੰਭਾਲ ਰਿਹਾ, ਇਸੇ ਕਰਕੇ ਹੀ ਉਹਨੂੰ ਪਿਤਾ ਦਾ ਦਰਜਾ ਮਿਲਿਆ ਹੋਇਆ। ਪਰ ਅਸੀਂ ਉਸ ਪਾਣੀ ਨੂੰ, ਉਹਦੀ ਕਦਰ ਨਹੀਂ ਕਰ ਸਕੇ। ਆਪਦੇ ਘਰਾਂ ਦਾ ਗੰਦਾ ਪਾਣੀ ਅਸੀਂ ਨਾਲੀਆਂ 'ਚ ਡੋਲਤਾ, ਉਹਨੂੰ ਬਰਬਾਦ ਕਰਤਾ। ਸਮਰਸੀਬਲ ਬੋਰ ਅਸੀਂ ਲੋੜ ਤੋਂ ਵੱਧ ਲਾਏ, ਛੋਟੇ ਛੋਟੇ ਜ਼ਿਮੀਂਦਾਰਾਂ ਨੇ ਵੀ ਲਾਏ। ਉਸ ਤੋਂ ਬਾਅਦ ਅਸੀਂ ਜੋ ਵੀ ਹੋਇਆ, ਅਸੀਂ ਫੈਕਟਰੀਆਂ ਦਾ ਪਾਣੀ, ਗੰਦਾ ਪਾਣੀ ਨਾਲਿਆਂ ਰਾਹੀਂ ਪੂਰੇ ਅਸੀਂ ਕਚਰਾ ਨਾਲਿਆਂ 'ਚ ਵਗਾ ਦਿੱਤਾ। ਤੇ ਪਾਣੀ ਵੀ ਕੀ ਕਰੂ ਖੀਰ ਨੂੰ, ਕਿੱਥੋਂ ਸਾਨੂੰ ਜੀਵਨ ਦੇਊਗਾ। ਪਾਣੀ ਵੀ ਇੰਨਾ ਦੂਸ਼ਿਤ ਹੋ ਗਿਆ ਕਿ ਉਹ ਸਾਨੂੰ ਜੀਵਨ ਦੇਣ ਤੋਂ ਇਨਕਾਰ ਕਰਦਾ ਜਾ ਰਿਹਾ, ਕਿ ਅਸੀਂ ਕਦੇ ਉਹਨੂੰ ਵਾਟਰ ਨੂੰ ਪਾਣੀ ਸਾਫ਼ ਕਰਨ ਲਈ ਅਸੀਂ ਲਾ ਰਹੇ ਹਾਂ, ਕਦੇ ਕੁਛ ਕਰ ਰਹੇ ਹਾਂ। ਫਿਰ ਸਾਨੂੰ ਆ ਜਾਂਦੀ ਹੈ ਕਿ ਮਾਤਾ ਧਰਤ ਮਹੱਤ। ਅਸੀਂ ਮਾਤਾ ਦੇ ਨਾਲ ਤਾਂ ਰੱਜ ਕੇ ਹੀ ਖਿਲਵਾੜ ਕਰਤਾ ਨਾ। ਮਾਤਾ ਨੂੰ ਤਾਂ ਅਸੀਂ ਉਸੇ ਨੂੰ ਮਾਤਾ ਨੂੰ ਸਮਝਦੇ ਸੀ, ਮਾਂ ਕਿ ਜਿਹਨੇ ਸਾਨੂੰ 9 ਮਹੀਨੇ ਪੇਟ ਦੇ ਵਿੱਚ ਰੱਖਿਆ। ਮਾਂ ਤਾਂ ਸਿਰਫ ਉਹੀ ਹੁੰਦੀ ਆ। ਇਹ ਧਰਤੀ ਮਾਂ ਤੋਂ ਅਸੀਂ ਮਾਂ ਦਾ ਦਰਜਾ ਹੀ ਨਹੀਂ ਕਦੇ ਦਿੱਤਾ। ਉਸ ਮਾਂ ਨੂੰ ਅਸੀਂ ਬੰਜਰ ਕਰਤਾ, ਉਹਦੇ ਹਰਿਆਲੀ ਉਹਦੀ ਸਾਰੀ ਗਵਾ ਦਿੱਤੀ ਆ। ਅਸੀਂ ਨਹੀਂ ਉਹਨੂੰ ਦੇਖਿਆ ਕਿ ਉਹਦੇ ਦਿਲ 'ਤੇ ਕੀ ਬੀਤਦੀ ਆ ਜਦੋਂ ਅਸੀਂ ਇਹਨੂੰ ਲਤਾੜ ਲਤਾੜ ਕੇ ਅੱਗੇ ਲੰਘਦੇ ਜਾਂਦੇ ਹਾਂ। ਅੱਜ ਤੋਂ 25-30 ਸਾਲ ਪਹਿਲਾਂ
ਮੇਰੇ ਦੇਖਣ ਦੀਆਂ ਗੱਲਾਂ ਨੇ ਕਿ ਜਦੋਂ ਹਾੜੀ ਦੀ ਫਸਲ ਚੱਕੀ ਜਾਂਦੀ ਸੀ, ਕਣਕ ਦੀ ਵਾਢੀ ਚੱਕੀ ਜਾਂਦੀ ਸੀ, ਮਹੀਨਾ ਮਹੀਨਾ ਖੇਤਾਂ ਦੇ ਵਿੱਚ ਟੰਡਲ ਪਏ ਰਹਿੰਦੇ ਹੁੰਦੇ ਸੀ। ਆਪਾਂ ਖੇਤਾਂ 'ਚ ਜਾਂਦੇ ਸੀ ਨਾ, ਤੇ ਚੱਪਲਾਂ ਦੇ ਵਿੱਚ ਉਹ ਟੰਡਲ ਖੁੱਭ ਜਾਂਦੇ ਹੁੰਦੇ ਸੀਗੇ। ਕਈ ਵਾਰੀ ਘਰਦਿਆਂ ਨੇ ਤੂੜੀ ਵਗੈਰਾ ਇਕੱਠੀ ਕਰ ਜਾਣੀ, ਮੈਂ ਰੋਟੀ ਲੈ ਕੇ ਵੀ ਜਾਂਦੀ ਰਹੀ ਹਾਂ। ਥੋੜ੍ਹਾ ਬਹੁਤ ਖੇਤੀ ਸਾਡੇ ਵੀ ਕਰਦੇ ਸੀ, ਜੇ ਜ਼ਿਆਦਾ ਨਹੀਂ ਸੀ ਕਰਦੇ, ਘਰ ਦੀ ਕਣਕ ਜੋਗੀ ਜ਼ਰੂਰ ਕਰਦੇ ਸੀ। ਤੇ ਉਦੋਂ ਅਸੀਂ ਦੇਖਦੇ ਹੁੰਦੇ ਸੀਗੇ। ਤੇ ਮੇਰੇ ਸਹੁਰੇ ਪਰਿਵਾਰ ਤਾਂ ਖੇਤੀ ਲਗਾਤਾਰ ਹੀ ਚੱਲੀ ਆ, ਪੇਕੇ ਪਰਿਵਾਰ ਦੇ ਵਿੱਚ ਨਹੀਂ ਸੀ ਖੇਤੀ ਦਾ ਕੰਮ ਹੁੰਦਾ। ਉਹ ਟੰਡਲ ਚੱਪਲਾਂ 'ਚ ਵੀ ਫਸੇ ਹੋਣੇ, ਹੈ ਨਾ। ਤੇ ਫਿਰ ਉਸ ਤੋਂ ਬਾਅਦ ਅਸੀਂ ਬਾਹਣ ਦੇਖਦੇ ਹੁੰਦੇ ਸੀ। ਬਾਹਣ ਤਕਰੀਬਨ 15-15, 20-20 ਦਿਨ ਬਾਹਣ ਪਿਆ ਰਹਿੰਦਾ ਹੁੰਦਾ ਸੀਗਾ। ਤੇ ਉਹ ਕਹਿੰਦੇ ਹੁੰਦੇ ਸੀ ਬਜ਼ੁਰਗ ਘਰ ਦੇ, ਕਹਿੰਦੇ ਸੀ ਵੀ ਜੇ ਧਰਤੀ ਨੂੰ ਪੱਟ ਕੇ ਛੱਡਾਂਗੇ ਨਹੀਂ ਮਹੀਨਾ ਖੰਡ, ਤੇ ਜਿਹੜੇ ਅੰਦਰ ਇਹਦੇ ਕੀੜੇ ਮਕੌੜੇ ਨੇ ਫਸਲ ਨੂੰ ਨੁਕਸਾਨ ਕਰਨ ਵਾਲੇ, ਉਹ ਮਰਨਗੇ ਕਿਵੇਂ। ਹੁਣ ਅਸੀਂ ਤਾਂ ਇੱਕ ਦਿਨ ਵੀ ਨਹੀਂ ਕਦੇ ਬਾਹਣ ਦੇਖਿਆ। ਦੇਖਦੇ ਹਾਂ ਕਿ ਕਣਕ ਕੰਬਾਈਨ ਨਾਲ ਕੱਟੀ ਆ, ਦੂਜੇ ਦਿਨ ਵਾਹੀ ਆ, ਤੇ ਉੱਥੇ 60 ਮੂੰਗੀ ਬੀਜੀ ਗਈ ਆ, ਜਾਂ ਉੱਥੇ 60 ਜੀਰੀ ਲਾਈ ਗਈ ਆ। ਉਹ 60 ਜੀਰੀ ਚੁੱਕੀ ਜਾਊਗੀ, ਫਿਰ ਦੂਜੀ ਬਨਸਪਤੀ ਉੱਥੇ ਬਨਸਪਤੀ ਜਿਹੜੀ ਬਾਸਮਤੀ ਜੀਰੀ ਉਹ ਲੱਗ ਜੂਗੀ। ਅਸੀਂ ਧਰਤੀ ਨੂੰ ਹਵਾ ਲੱਗਣ ਦਾ ਮੌਕਾ ਹੀ ਨਹੀਂ ਦਿੰਦੇ। ਉਹਨੂੰ ਇੰਨਾ ਜ਼ਿਆਦਾ ਉਸ ਨੂੰ ਅਸੀਂ ਕਰ ਦਿੱਤਾ ਵਿਚਾਰੀ ਨੂੰ ਪਾਣੀ ਦੇ ਨਾਲ, ਉਹਦੇ ਅੰਦਰ ਜੈਲ ਉੱਗ ਗਈ ਆ। ਤੇ ਅਸੀਂ ਨਹੀਂ ਉਹਨੂੰ ਦੇਖਦੇ ਵੀ ਉਹਦੇ ਅੰਦਰ ਬੀਤਦਾ ਕੀ ਆ ਵਿਚਾਰੀ ਦੇ। ਉਹਦੇ ਜਿਹੜੇ ਜੀਵ ਨੇ, ਕੀੜੇ ਮਕੌੜੇ ਮਰਦੇ ਆ, ਅੱਗਾਂ ਲਾ ਦਿੰਦੇ ਆ। ਸਾਨੂੰ ਸਰਕਾਰ ਅੱਗ ਲਾਉਣ ਤੋਂ ਰੋਕਦੀ ਆ, ਉਹ ਸਰਕਾਰ ਦੇ ਆਪਣੇ ਲਈ ਤਾਂ ਨਹੀਂ ਰੋਕਦੀ। ਅੱਜ ਸਾਨੂੰ ਉਹਦਾ ਨਤੀਜਾ ਸਾਡੇ ਮੂਹਰੇ ਦਿਸਦਾ ਹੋਣਾ। ਅਸੀਂ ਥੋੜ੍ਹੇ ਜਿਹੇ ਫਾਇਦੇ ਲਈ ਦੇ ਫਸਲ ਤੇ ਫਸਲ ਅਸੀਂ ਬੀਜੀ ਜਾਂਦੇ। ਫਿਰ ਅਸੀਂ ਕਹਿੰਦੇ ਸਾਨੂੰ ਆੜ੍ਹਤੀ ਉਹਦਾ ਮੁੱਲ ਨਹੀਂ ਦਿੰਦੇ। ਫਸਲ ਮੰਡੀਆਂ 'ਚ ਰੁਲਦੀ ਆ, ਸਾਡੀ ਸਬਜ਼ੀ ਦਾ ਮੁੱਲ ਨਹੀਂ ਲੱਗਿਆ ਹੈਗਾ। ਉਹ ਕਿਉਂ ਨਹੀਂ ਲੱਗਿਆ? ਜਦੋਂ ਹਰ ਕੋਈ ਉਹੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਭੱਜਿਆ ਹੀ ਫਿਰਦਾ। ਫਿਰ ਇਹੀ ਨਤੀਜਾ ਤਾਂ ਆਉਣਾ ਸੀ। ਉੱਪਰ ਅਸੀਂ ਕੀਟਨਾਸ਼ਕ, ਬਚਤ ਸਾਨੂੰ ਕਿੱਥੋਂ ਹੋਣੀਆਂ? ਥੋੜ੍ਹੇ ਸਮੇਂ 'ਚ ਜ਼ਿਆਦਾ ਫਸਲਾਂ ਉਗਾਉਣ ਦੇ ਚੱਕਰ ਵਿੱਚ ਅਸੀਂ ਕਿੱਧਰੇ ਉਹਦੇ ਵਿੱਚ ਖਾਦ ਪਾਈ ਜਾਂਦੇ ਹਾਂ, ਯੂਰੀਆ ਪਾਈ ਜਾਂਦੇ ਹਾਂ, ਕੀਟਨਾਸ਼ਕ ਦਵਾਈਆਂ ਦਾ ਉਹਦੇ 'ਤੇ ਸਪਰੇਅ ਕਰੀ ਜਾਂਦੇ ਹਾਂ। ਤੇ ਉਹ ਫਿਰ ਇਸ ਤਰ੍ਹਾਂ ਹੁੰਦਾ ਵੀ ਧਰਤੀ ਨੇ ਵਿਚਾਰੀ ਨੇ ਹੁਣ ਕਰ ਵੀ ਕੀ ਸਕਦੀ ਸੀਗੀ। ਤੇ ਉਹਨੇ ਤਾਂ ਤੁਹਾਨੂੰ ਜੋ ਤੁਸੀਂ ਉਹਦੇ 'ਚ ਸਿੱਟੀ ਜਾਂਦੇ, ਉਹਨੇ ਉਗਾਉਣਾ ਤਾਂ ਹੈਗਾ। ਉਹਨੇ ਤਾਂ ਆਪਣਾ ਕਮਾਲ ਫਰਜ਼ ਨਿਭਾਉਣਾ। ਮਾਂ ਹਮੇਸ਼ਾ ਆਪਣੇ ਫਰਜ਼ ਨਿਭਾਉਂਦੀ ਆ, ਉਹ ਕਿਵੇਂ ਵੀ ਕਿਸੇ ਵੀ ਰੂਪ ਦੇ ਵਿੱਚ ਹੋਵੇ, ਚਾਹੇ ਉਹ ਮਾਂ ਇਨਸਾਨੀ ਰੂਪ 'ਚ, ਚਾਹੇ ਉਹ ਧਰਤੀ ਮਾਂ ਹੈ। ਉਹ ਆਪਣੇ ਬੱਚਿਆਂ ਨੂੰ ਹਰ ਹਾਲਤ ਵਿੱਚ ਵੀ ਉਹ ਦੇਖਦੀ ਆ। ਉਹ ਕਹਿੰਦੀ ਮੇਰੇ ਬੱਚਿਆਂ ਦੀ ਲੋੜਾਂ ਮੈਂ ਪੂਰੀਆਂ ਕਰਨੀਆਂ ਨੇ। ਬੱਚੇ ਉਹਦੇ ਨਾਲ ਜੋ ਵੀ ਖਿਲਵਾੜ ਕਰਦੇ ਹੋਣ ਉਹ ਬਰਦਾਸ਼ਤ ਕਰਦੀ ਆ। ਪਰ ਜਿਹੜੀ ਕੁਦਰਤ ਆ, ਜਿਹਨੇ ਧਰਤੀ ਨੂੰ ਵੀ ਸਾਂਭਣਾ, ਜਿਹਨੇ ਹਵਾ ਨੂੰ ਵੀ ਸਾਂਭਣਾ, ਜਿਹਨੇ ਪਾਣੀ ਨੂੰ ਵੀ ਸਾਂਭਣਾ, ਉਹਨਾਂ ਦੇ ਉੱਪਰ ਵੀ ਇੱਕ ਅਦਿੱਖ ਸ਼ਕਤੀ ਆ, ਜਿਹਨੂੰ ਅਸੀਂ ਅੰਗਰੇਜ਼ੀ 'ਚ ਲੋਕ ਕਹਿੰਦੇ ਇੱਕ ਸੁਪਰੀਮ ਪਾਵਰ ਹੈ, ਜਾਂ ਅਸੀਂ ਕਹਿੰਦੇ ਰੱਬ ਆ। ਲੋਕ ਕਹਿੰਦੇ ਰੱਬ ਕਿੱਥੇ ਦੇਖਿਆ? ਆਮ ਤੁਸੀਂ ਕਹਿੰਦੇ ਹੋ ਰੱਬ ਹੈ ਕਿੱਥੇ? ਰੱਬ ਕਿੱਥੇ? ਅਸੀਂ ਤਾਂ ਰੱਬ ਦੇਖਿਆ ਹੀ ਨਹੀਂ। ਰੱਬ ਕੋਈ ਮੰਦਿਰ, ਮਸਜਿਦ ਜਾਂ ਗੁਰਦੁਆਰੇ ਜਾਂ ਕਿਸੇ ਇਮਾਰਤ ਦੇ ਅੰਦਰ ਨਹੀਂ ਬੈਠਾ ਹੈਗਾ। ਰੱਬ ਇਸੇ ਸ੍ਰਿਸ਼ਟੀ ਦੇ ਵਿੱਚ ਰੱਬ ਹੈ ਕਿ ਜਿਹਨੂੰ ਅਸੀਂ ਲੱਭਣ ਤਾਂ ਹੋਰ ਕਿਤੇ ਤੁਰਦੇ ਹਾਂ, ਆਪਣੇ ਆਲੇ ਦੁਆਲੇ ਤਾਂ ਅਸੀਂ ਦੇਖਦੇ ਹੀ ਨਹੀਂ ਹੈਗੇ, ਝਾਤੀ ਹੋਈ ਨਹੀਂ ਮਾਰੀ ਕਦੇ ਅਸੀਂ। ਇਸ ਸ੍ਰਿਸ਼ਟੀ ਦੇ ਵਿੱਚ ਹੀ ਰੱਬ ਵਸਦਾ। ਰੱਬ ਉਹ ਆ ਇੱਕ ਅਦਿੱਖ ਸ਼ਕਤੀ। ਅੱਜ ਉਸ ਨੇ ਹਰ ਇੱਕ ਚੀਜ਼ ਨੂੰ ਇੰਨਾ ਆਪਣੇ ਅੰਦਰ ਕਾਬੂ ਕਰ ਲਿਆ। ਅੱਜ ਇੱਕਸਾਰ ਕਰਨ ਦੇ ਲਈ ਉਹਨੇ ਮਹਾਮਾਰੀ ਫੈਲਾ ਦਿੱਤੀ ਆ। ਕਿਉਂ? ਉਹਨੇ ਕੂੜਾ ਕਚਰਾ ਜਿਹੜਾ ਇਕੱਠਾ ਹੋ ਗਿਆ ਸੀ ਸੰਸਾਰ ਦੇ ਉੱਪਰ, ਉਹਨੂੰ ਬਾਹਰ ਕੱਢ ਕੇ ਸਿੱਟ ਰਿਹਾ। ਜੇ ਅੱਜ ਵੀ ਅਸੀਂ ਨਾ ਸੰਭਲੇ ਤਾਂ ਸਾਨੂੰ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਨਤੀਜੇ ਭੁਗਤਣੇ ਪੈਣਗੇ। ਅਸੀਂ ਸੋਚ ਵੀ ਨਹੀਂ ਸਕਦੇ। ਜੇ ਅਸੀਂ ਕਹਿੰਦੇ ਅੱਜ ਇਹ ਕੋਵਿਡ-19 ਆਇਆ, ਅਸੀਂ ਇਹਦੇ ਤੋਂ ਬਚ ਰਹੇ ਅੰਦਰ ਬੈਠੇ ਹਾਂ, ਅੱਜ ਬਚ ਰਹੇ ਹਾਂ। ਕਿਸੇ ਟਾਈਮ 'ਚ ਪਲੇਗ ਨੇ ਵੀ ਬਹੁਤ ਇੱਥੇ ਹੱਲਾ ਮਚਾਇਆ ਸੀ। ਉਦੋਂ ਵੀ ਘਰਾਂ ਦੇ ਪਰਿਵਾਰਾਂ ਦੇ ਪਰਿਵਾਰ ਪੂਰੇ ਖਾਨਦਾਨ ਤਬਾਹ ਹੋ ਗਏ ਸੀ। ਫਿਰ ਸਮਾਂ ਪੈ ਕੇ ਪੋਲੀਓ ਨੇ ਆਪਣਾ ਅਟੈਕ ਦਿਖਾਇਆ, TB ਨੇ ਦਿਖਾਇਆ, ਚੇਚਕ ਨੇ ਦਿਖਾਇਆ, ਫਿਰ ਕੈਂਸਰ ਵਰਗੀ ਨਾਮਰਾਦ ਬਿਮਾਰੀ ਅੱਜ ਵੀ ਸਾਡੇ 'ਤੇ ਭਾਰੂ ਆ। ਉਹ ਤੁਸੀਂ ਜਾਣ ਹੀ ਸਕਦੇ ਹੋ। ਹੈਪੇਟਾਈਟਸ B, C, ਪਤਾ ਨਹੀਂ ਕਿੰਨੀਆਂ ਕੁ ਕਿਸਮਾਂ ਆਈਆਂ ਨੇ। ਅਸੀਂ ਇੱਕ ਬਿਮਾਰੀ 'ਤੇ ਕਾਬੂ ਪਾਉਂਦੇ ਹਾਂ, ਜਦ ਨੂੰ ਦੂਜੀ ਸਿਰ ਚੱਕ ਲੈਂਦੀ ਆ, ਉਹਦੇ ਚੱਕਦੇ। ਏਡਸ ਕਿੰਨੀ ਨਾਮਰਾਦ ਬਿਮਾਰੀ ਆਈ। ਜਦ ਤੱਕ ਪਹਿਲਾਂ ਇਹੀ ਦਹਿਸ਼ਤ ਅਸੀਂ ਏਡਸ ਵੇਲੇ ਸੀ, ਫਿਰ ਅਸੀਂ ਉਸ ਤੋਂ ਬਾਅਦ ਏਡਸ ਤੋਂ ਅਸੀਂ ਸ਼ੁਰੂ ਹੋਏ, ਉਹਨੂੰ ਉਹਦੇ 'ਤੇ ਥੋੜ੍ਹਾ ਬਹੁਤ ਅਸੀਂ ਕੰਟਰੋਲ ਕੀਤਾ, ਸਫਾਈ 'ਤੇ ਆਏ ਜਾਂ ਜਿਵੇਂ ਵੀ ਆਏ। ਉਸ ਤੋਂ ਬਾਅਦ ਕੀ ਆ? ਕੋਵਿਡ-19 ਆ ਗਿਆ। ਜਦੋਂ ਤੱਕ ਅਸੀਂ ਇਹਦੇ 'ਤੇ ਕਾਬੂ ਪਾਉਣਾ, ਉਦੋਂ ਤੱਕ ਬਿਮਾਰੀ ਕੋਈ ਹੋਰ ਆ ਜਾਣੀ ਆ। ਇਹ ਨਹੀਂ, ਇਹ ਇੱਥੇ ਹੀ ਗੱਲ ਨਹੀਂ ਮੁੱਕਣੀ ਹੈਗੀ। ਗੱਲਾਂ ਤਾਂ ਚੱਲਦੀਆਂ ਹੀ ਰਹਿਣੀਆਂ ਨੇ, ਬਿਮਾਰੀਆਂ ਆਉਂਦੀਆਂ ਹੀ ਰਹਿਣੀਆਂ ਨੇ।
ਪਰ ਗੱਲ ਇਹ ਆ ਕਿ ਅਸੀਂ ਇਹਨਾਂ ਦੇ ਨਾਲ ਲੜਨਾ ਕਿਵੇਂ ਆ, ਸਿੱਝਣਾ ਕਿਵੇਂ ਆ। ਅਸੀਂ ਜਿਹੜਾ ਵਾਤਾਵਰਨ ਇੰਨਾ ਗੰਧਲਾ ਕਰ ਚੁੱਕੇ ਆ, ਇਹਨੂੰ ਥੋੜੀ ਜਿਹੀ ਬਚਾਓ ਕਰਨੀ ਆ। ਅਸੀਂ ਇਹ ਸੋਚੋ, ਅਸੀਂ ਆਪਦੀ ਨਵੀਂ ਪੀੜ੍ਹੀ, ਆਉਣ ਵਾਲੀ ਪੀੜ੍ਹੀ, ਆਪਣੇ ਬੱਚੇ, ਪੋਤੇ ਪੋਤੀਆਂ, ਦੋਤੇ ਦੋਤੀਆਂ, ਉਹਨਾਂ ਨੂੰ ਅਸੀਂ ਵਿਰਾਸਤ ਕੀ ਇਕੱਲੀ ਜ਼ਮੀਨ ਜਾਂ ਬੰਜਰ ਜ਼ਮੀਨ ਜ਼ਿਆਦਾ ਦੇ ਕੇ ਜਾਣੀ, ਗੰਦਾ ਪਾਣੀ ਦੇ ਕੇ ਜਾਣਾ। ਅਸੀਂ ਉਹਨਾਂ ਦੇ ਜਨਮ ਦੀਆਂ ਸੁੱਖਾਂ ਲਾਉਂਦੇ ਹਾਂ, ਖੁਸ਼ੀਆਂ ਮਨਾਉਂਦੇ ਹਾਂ, ਪਰ ਤੁਸੀਂ ਕਦੇ ਉਹਨਾਂ ਲਈ ਇਹ ਸੋਚਿਆ ਕਿ ਅਸੀਂ ਦੇ ਕੇ ਕੀ ਜਾਣਾ ਉਹਨਾਂ ਨੂੰ? ਇੱਥੇ ਗੰਦਾ ਵਾਤਾਵਰਨ ਇਹ ਦੇਣਾ ਅਸੀਂ ਉਹਨਾਂ ਨੂੰ? ਇਹੀ ਅਸੀਂ ਉਹਨਾਂ ਨੂੰ ਵਾਤਾਵਰਨ, ਸਾਫ਼ ਵਾਤਾਵਰਨ ਦੇ ਸਕੇ, ਇਹੀ ਸਾਡੀ ਪ੍ਰਾਪਤੀ ਆ। ਕੋਸ਼ਿਸ਼ ਕਰੀਏ ਅਸੀਂ ਸ਼ੁੱਧ ਕਰਨ ਦੀ ਕੋਸ਼ਿਸ਼ ਕਰੀਏ। ਧਰਤੀ 'ਤੇ ਹਰਿਆਵਲ ਨਹੀਂ ਵੀ ਅਸੀਂ ਹੋਰ ਪੌਦੇ ਲਾ ਸਕਦੇ, ਜਿਹੜੇ ਲੱਗੇ ਹੋਏ ਨੂੰ ਅਸੀਂ ਇਹਨਾਂ ਨੂੰ ਤਾਂ ਸੰਭਾਲ ਸਕਦੇ ਹਾਂ। ਹਰਿਆਵਲ ਤਾਂ ਧਰਤੀ ਦੀ ਕਾਇਮ ਰੱਖ ਸਕਦੇ ਹਾਂ। ਅਸੀਂ ਜੋ ਵੀ ਹੈਗਾ ਸਾਡਾ, ਜਿੱਥੇ ਫਰਜ਼ ਹੈ, ਪਾਣੀ ਨੂੰ ਅਸੀਂ ਬਚ ਕੇ ਸੰਭਾਲ ਕੇ ਵਰਤੀਏ। ਅਸੀਂ ਗੱਡੀਆਂ ਧੋਂਦੇ ਹਾਂ, ਨਿੱਤ ਦਿਹਾੜੇ 2-2 ਗੱਡੀਆਂ 'ਤੇ ਅਸੀਂ ਭਈਏ ਧੋਣ 'ਤੇ ਲਾ ਦਿੰਦੇ ਹਾਂ। ਚਲੋ ਸਾਡਾ ਛੋਟੂ ਹੈਗਾ, ਅਸੀਂ ਕਿਹੜਾ ਆਪ ਧੋਣੀ ਆ? ਛੋਟੂ ਧੋਈ ਚੱਲ, ਵੱਡੀ ਸਮਰਸੀਬਲ ਨੂੰ ਵੱਡੀ ਅਸੀਂ ਪਾਈਪ ਲਾ ਦੇਣੀ ਆ, ਚੱਲ ਵੀ ਦੇ ਤੇਰੇ ਦੀ ਪਾਣੀ ਜਾਂਦਾ, ਇੱਦਾਂ ਜਾ ਹੀ ਜਾਣ ਦਿਓ। ਜਿਹੜਾ ਕੰਮ ਇੱਕ ਬਾਲਟੀ ਨਾਲ ਹੋ ਸਕਦਾ, ਉਹ ਅਸੀਂ ਟੱਬਾਂ ਨਾਲ ਕਰਦੇ, ਟੱਬ ਨਾਲ ਹੋ ਸਕਦਾ ਅਸੀਂ ਉਹ ਪੂਰੀ ਮੋਟਰ ਚਲਾ ਕੇ ਕਰਦੇ ਹਾਂ। ਜੇ ਧਰਤੀ ਪਾਣੀ ਦੇ ਜਾਂਦੀ ਹੈ, ਇਹ ਮਤਲਬ ਥੋੜ੍ਹੀ ਕਿ ਉਹਨੂੰ ਅਸੀਂ ਖਰਾਬ ਹੀ ਕਰੀ ਜਾਣਾ। ਉਹਨੂੰ ਸੰਭਲ ਕੇ ਵਰਤੋ। ਨਹਾਉਣ ਵੇਲੇ ਸਾਨੂੰ ਟੱਬ ਵੀ ਚਾਹੀਦੇ ਆ, ਸਾਨੂੰ ਫੁਹਾਰੇ ਵੀ ਚਾਹੀਦੇ ਆ, ਦੇ ਤੇਰੀ ਪਾਣੀ ਵਰਤੋ, ਡੋਲੋ ਪਾਣੀ, ਫਿਰ ਉਹ ਨਾਲੀਆਂ 'ਚ ਜਾਂਦਾ, ਉਹਨੂੰ ਜੜਬ ਲੱਗਦੀ ਆ, ਅੱਗੋਂ ਵੀ ਖਰਾਬੀਆਂ ਹੁੰਦੀਆਂ ਨੇ। ਘਰਾਂ ਦੀਆਂ ਨਿਊਆਂ 'ਚ ਹੀ ਪਈ ਜਾਂਦਾ। ਅੱਜ ਕੱਲ੍ਹ ਤਾਂ ਘਰਾਂ ਦੇ ਵਿੱਚ ਸਿਲਣ ਹੀ ਬਹੁਤ ਆਈ ਜਾ ਰਹੀ ਆ। ਇਹ ਦੇਖੋ ਤੁਸੀਂ, ਜੇ ਅਸੀਂ ਇੰਨਾ ਪਾਣੀ ਦਾ ਸਾਡੇ ਖਰਾਬੀ ਚੱਲਦੀ ਆ, ਅਸੀਂ ਆਪਣਾ ਹੀ ਸਾਰਾ ਕੁਝ ਬਰਬਾਦ ਕਰੀ ਜਾ ਰਹੇ ਹਾਂ। ਸਾਡੇ ਘਰਾਂ ਦੇ ਵਿੱਚ ਕਿੰਨੀ ਸਿਲਣ ਆ ਗਈ ਆ। ਸੋ ਇਸ ਕਰਕੇ ਮੇਰਾ ਤਾਂ ਇਹੀ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਵਾ ਵੀ ਆਪਾਂ ਧਰਤੀ ਦੀ, ਹਵਾ ਦੀ, ਪਾਣੀ ਦੀ ਉਵੇਂ ਸੇਵਾ ਸੰਭਾਲ ਕਰੀਏ ਜੋ ਸਾਨੂੰ ਸਾਡੇ ਗੁਰੂ ਨਾਨਕ ਦੇਵ ਜੀ ਸੱਦਾ ਦੇ ਕੇ ਗਏ ਨੇ। ਅਸੀਂ ਆਪਣੀ ਨਹੀਂ ਮੰਨਣੀ, ਕਿਸੇ ਹੋਰ ਦੀ ਨਹੀਂ ਮੰਨਣੀ, ਆਪਣੇ ਗੁਰੂ ਦੀ ਤਾਂ ਮੰਨ ਲਈਏ। ਇਹ ਚਾਹੁੰਦੀ, ਜਿਵੇਂ ਦੇਖੋ ਤੁਸੀਂ ਸਵੇਰੇ ਆਪਾਂ ਉੱਠਦੇ ਹਾਂ, ਤੁਸੀਂ ਕਦੇ ਕੁਦਰਤ ਨੂੰ ਜਿਉਂ ਜਿਹਾ ਪਿਆਰ ਕਰੋਗੇ, ਉਹਦਾ ਆਨੰਦ ਮਾਣੋਗੇ, ਫਿਰ ਤੁਹਾਨੂੰ ਹੋਰ ਵੀ ਜ਼ਿਆਦਾ ਕਦਰ ਆਊਗੀ ਉਸ ਦੀ। ਸਵੇਰੇ ਮੈਂ 4 ਵਜੇ ਉੱਠਦੀ ਹਾਂ। ਮੈਂ ਉੱਠਦੇ ਸਾਰ ਪਹਿਲਾਂ ਉੱਪਰ ਆਕਾਸ਼ ਵੱਲ ਦੇਖਣਾ। ਉੱਥੇ ਤਾਰੇ, ਜਦੋਂ ਤਾਰੇ ਚਮਕਦੇ, ਉਹ ਬਹੁਤ ਸੋਹਣੇ ਲੱਗਦੇ ਨੇ। ਉਹ ਲੱਗਦਾ ਹੁੰਦਾ ਕਿ ਜਿਵੇਂ ਗੱਲਾਂ ਕਰਦੇ ਆ। ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦੀ ਹਾਂ, ਹਾਏ ਕੀ ਕਰਦੇ ਹੋ ਤੁਸੀਂ? ਆ ਮੇਰੀ ਭੈਣ ਆ, ਸ਼ਾਇਦ ਮੈਨੂੰ ਕੋਈ ਵੱਡਾ ਚਮਕਦਾ ਤਾਰਾ ਲੱਗਦਾ ਹੁੰਦਾ, ਉਹ ਸ਼ਾਇਦ ਮੇਰੀ ਭੈਣ ਆ। ਮੈਂ ਕਹਿੰਦੀ ਹਾਂ, ਦੀਸ਼ ਤੂੰ ਠੀਕ ਆ? ਇਸ ਤਰ੍ਹਾਂ ਤੁਸੀਂ ਵੀ ਉਹਨਾਂ ਨੂੰ ਆਪਣੇ ਇਮੈਜਿਨ ਕਰ ਲਿਆ ਕਰੋ, ਆਪਣੇ ਦਾਦਾ ਦਾਦੀ, ਕੁਛ ਵੀ ਤੁਹਾਨੂੰ ਲੱਗੂ ਉਹ ਤੁਹਾਡੇ ਨੇ ਤੁਹਾਡੇ ਨਾਲ। ਜਾਂ ਤੁਸੀਂ ਵੀ, ਹਾਂ ਤੁਹਾਡੇ ਘਰ ਕੋਈ ਮਹਿਮਾਨ ਆਏ ਨੇ, ਹੁਣ ਉਹਨਾਂ ਨੇ ਜਾਣਾ, ਘੰਟੇ ਕੁ ਤੱਕ ਉਹਨਾਂ ਦੀ ਵਾਪਸੀ ਆ, ਵੀ ਤੁਸੀਂ ਲਈ ਇੱਥੇ ਹੋ, ਤੁਸੀਂ ਜਾ ਰਹੇ ਹੋ ਨਾ। ਮੇਰੀ ਇਹੀ ਸੋਚ ਆ, ਮੈਂ ਇੱਦਾਂ ਹੀ ਕਰਦੀ ਹਾਂ। ਅਤੇ 4 ਵਜੇ ਮੇਰਾ ਸੁਖਮਨੀ ਦਾ ਪਾਠ ਮੈਂ ਲਗਾ ਦਿੰਦੀ ਹੁੰਦੀ ਹਾਂ, ਉਹ ਸੁਣਦੀ ਹਾਂ। ਫਿਰ ਆਪਣਾ ਜੋ ਵੀ ਨਿੱਤ ਪ੍ਰਤੀ ਤੁਹਾਡੀ ਨਿੱਤ ਕਿਰਿਆ ਹੁੰਦੀ ਆ, ਤੁਸੀਂ ਉਹ ਕਰਦੇ ਹਾਂ। ਮਹਾਰਾਜ ਦੇ ਪ੍ਰਕਾਸ਼ ਕਰਨਾ, ਬਾਣੀ ਜਪਣੀ ਆ। ਬਾਣੀ ਦੇ ਵਿੱਚੋਂ ਫਿਰ ਆਪਾਂ ਲੈ ਕੇ ਉੱਠਦੇ ਹਾਂ ਵੀ ਅਸੀਂ ਕੀ ਲੈ ਕੇ ਉੱਠੇ ਹਾਂ, ਉਹਨੂੰ ਆਪਣੇ ਬੱਚਿਆਂ 'ਤੇ ਲਾਗੂ ਕਰੀਏ, ਅਰਦਾਸ ਕਰੀਏ, ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਸ਼ਾਮ ਨੂੰ ਜਦੋਂ 6 ਵਜਦੇ ਆ, 2 ਤਾਰੇ ਆਉਂਦੇ ਆ ਅਸਮਾਨ ਦੇ ਉੱਪਰ, ਨੀਲਾ ਆਕਾਸ਼ ਹੁੰਦਾ ਉਸ ਟਾਈਮ, ਤੁਸੀਂ ਦੇਖਿਓ ਕਦੇ, ਹੈ ਨਾ? ਨੀਲੇ ਆਕਾਸ਼ 'ਤੇ 2 ਚਮਕਦੇ ਤਾਰੇ ਆਉਂਦੇ। ਫਿਰ ਮੈਂ ਪੁੱਛਦੀ, ਮੈਂ ਤੁਸੀਂ ਆ ਗਏ ਅੱਜ? ਕਿੰਨੇ ਸੋਹਣੇ ਲੱਗਦੇ ਹੋ ਤੁਸੀਂ, ਹੈ ਨਾ? ਸੋਹਣੇ ਲੱਗਦੇ, ਵਧੀਆ ਲੱਗਦਾ। ਅਤੇ ਉਸ ਤੁਸੀਂ 10-11 ਵਜੇ ਤੱਕ ਰਾਤ ਨੂੰ ਬਾਹਰ ਗੇੜੇ ਕੱਢਦੇ ਹਾਂ ਜਦੋਂ ਦੇਖੋ। ਫਿਰ ਛੋਟੇ ਹੁੰਦੇ ਅਸੀਂ ਮੰਜੀਆਂ ਦੇਖਦੇ ਹੁੰਦੇ ਸੀ, ਰਾਮ ਜੀ ਦੀ ਮੰਜੀ ਆ ਗਈ, ਆ ਤੇਲੜ ਤਾਰੇ ਆ ਗਿਆ, ਖਿੱਤੀ ਆ ਗਈ, ਚੋਰ ਸਿਪਾਹੀ ਕੁੱਤਾ, ਇਹ ਸਾਰਾ ਕੁਛ। ਇਹਨਾਂ ਚੀਜ਼ਾਂ ਨੂੰ ਜਿੱਦਣ ਮੰਨਣ ਲੱਗ ਗਏ, ਤੁਸੀਂ ਕੁਦਰਤ ਨਾਲ ਬਹੁਤ ਪਿਆਰ ਕਰਨ ਲੱਗ ਜਾਓਗੇ, ਕੁਦਰਤ ਦੇ ਬਹੁਤ ਨੇੜੇ ਹੋ ਜਾਓਗੇ। ਔਰ ਤੁਸੀਂ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦੀ ਵੀ ਕੋਸ਼ਿਸ਼ ਕਰੋ। ਲੇਖਕ ਲਿਖਦੇ ਨੇ, ਵਾਤਾਵਰਨ 'ਤੇ ਬਹੁਤ ਲੇਖਕ ਨੇ ਲਿਖਣ ਵਾਲੇ। ਜਨਮੇਜਾ ਸਿੰਘ ਚਾਚਾ ਜੀ ਨੇ ਬਹੁਤ ਵਾਰੀ ਜਾਣਕਾਰੀ ਦਿੱਤੀ ਆ। ਅਤੇ ਹੋਰ ਵੀ ਮੈਂ ਪੜ੍ਹਦੀ ਹਾਂ, ਭਗਤ ਪੂਰਨ ਸਿੰਘ ਪਿੰਗਲਵਾੜਾ ਤੋਂ, ਉਹਨਾਂ ਦਾ ਬਹੁਤ ਲਿਟਰੇਚਰ ਆਉਂਦਾ, ਜਿਹੜਾ ਵਾਤਾਵਰਨ ਦੀ ਸਾਂਭ ਸੰਭਾਲ ਦੇ ਨਾਲ ਹੀ ਸਾਰਾ ਹੈਗਾ, ਜੁੜਿਆ ਹੋਇਆ। ਉਹ ਜਦੋਂ ਅਸੀਂ ਪੜ੍ਹਦੇ ਹਾਂ, ਫਿਰ ਸਾਨੂੰ ਲੱਗਦਾ ਵੀ ਅਸੀਂ ਕੀ ਕਰਦੇ ਹਾਂ। ਫਿਰ ਉੱਥੋਂ ਸਾਨੂੰ ਪ੍ਰੇਰਨਾ ਮਿਲਦੀ ਆ ਵੀ ਅਸੀਂ ਵੀ ਕੁਛ ਕਰੀਏ, ਵੀ ਅਸੀਂ ਕਰ ਸਕੀਏ ਕੁਛ, ਸਾਡਾ ਫਰਜ਼ ਬਣਦਾ ਸਾਡਾ ਵੀ। ਅਸੀਂ ਇਸੇ ਵਿੱਚੋਂ ਹਵਾ ਲੈਣੀ ਆ, ਅਤੇ ਅਸੀਂ ਕਿਉਂ ਨਹੀਂ ਕਰਦੇ, ਕਿਉਂ ਨਹੀਂ ਕਰ ਰਹੇ ਅਸੀਂ ਇਸ ਨੂੰ? ਇਹਨੂੰ ਸੰਭਾਲ ਲਈਏ, ਇਹ ਕੱਲ੍ਹ ਨੂੰ ਸਾਡੀ ਨਵੀਂ ਪੀੜ੍ਹੀ ਦੇ ਵੀ ਕੰਮ ਆਊਗਾ, ਹੈ ਨਾ? ਇਸੇ ਤਰ੍ਹਾਂ ਹੀ ਬਸ ਵੀ ਮੇਰਾ ਹਰ ਇੱਕ ਨੂੰ ਸੁਨੇਹਾ, ਸਾਰੇ ਭੈਣ ਭਰਾਵਾਂ ਨੂੰ, ਕਿਤਾਬਾਂ ਪੜ੍ਹੀਏ ਵੱਧ ਤੋਂ ਵੱਧ। ਜੇ ਅਸੀਂ ਮੰਨ ਲਿਆ ਕਿ ਇੱਕ ਲੇਖਕ ਨੇ 100 ਪੰਨਿਆਂ ਦੀ ਕਿਤਾਬ ਲਿਖੀ ਆ, 100 ਪੰਨਿਆਂ ਦੇ ਵਿੱਚੋਂ ਅਸੀਂ ਉਹ ਇੱਕ ਪੰਨਾ ਪੜ੍ਹ ਕੇ ਆਪਣੇ 'ਤੇ ਲਾਗੂ ਕਰ ਲਿਆ, ਜੇ ਅਸੀਂ ਆਪਣੇ ਆਲੇ ਦੁਆਲੇ 'ਤੇ ਵੀ, ਜਦੋਂ ਪਹਿਲਾਂ ਅਸੀਂ ਆਪਣੇ ਆਪ 'ਤੇ ਕਰਾਂਗੇ, ਫਿਰ ਅਸੀਂ ਆਲੇ ਦੁਆਲੇ 'ਤੇ ਕਰਾਂਗੇ। ਜਿੱਦਣ ਉਹ ਆਪਣੇ ਆਪ 'ਤੇ ਲਾਗੂ ਕਰ ਲਿਆ, ਸਮਝ ਲਓ ਉਸ ਦਿਨ ਉਹ ਲੇਖਕ ਵੀ ਕਾਮਯਾਬ ਆ, ਅਸੀਂ ਵੀ ਇੱਕ ਅੱਛੇ ਪਾਠਕ ਦੇ ਰੂਪ ਵਿੱਚ ਸਾਹਮਣੇ ਆਵਾਂਗੇ, ਸਾਨੂੰ ਵਧੀਆ ਲੱਗੂਗਾ ਉਹ।
ਤੇ ਸਾਡਾ ਸਮਾਜ, ਸਾਡੀ ਸਿਰਜਣਾ ਇੱਕ ਨਵਾਂ ਜਨਮ ਲਊਗੀ। ਉਹ ਨਵੇਂ ਸਿਰਜਣਾ ਦੇ ਵਿੱਚੋਂ ਜਿਹੜੀ ਨਵੀਂ ਪੀੜ੍ਹੀ ਆ ਉਹ ਸੁੱਖ ਦਾ ਸਾਹ ਲਊਗੀ, ਖੁਸ਼ਹਾਲੀ ਦਾ ਸਾਹ ਲਊਗੀ। ਜਦੋਂ ਕੁਦਰਤ ਤੰਦਰੁਸਤ ਹੋਊਗੀ ਤਾਂ ਕੁਦਰਤ ਦੇ ਸਾਰੀ ਜਿਹੜੀ ਬਨਸਪਤੀ ਆ, ਜੀਵ ਜੰਤੂ ਨੇ, ਉਹ ਵੀ ਤੰਦਰੁਸਤ ਹੋਣਗੇ ਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਸਾਡੇ ਅੰਦਰ ਜ਼ਿਆਦਾ ਵਧੂਗੀ। ਧੌਲਾ ਵੀਰ ਜੀ, ਮੈਂ ਥੋੜ੍ਹਾ ਟਾਈਮ ਦਾ ਯਾਦ ਕਰਵਾ ਦਿਓ। ਤੁਸੀਂ ਮੈਨੂੰ ਕਿਹਾ ਸੀਗਾ ਵੀ ਟਾਈਮ ਦੀ ਲਿਮਿਟ ਰੱਖਣੀ ਆਪਾਂ ਨੇ, ਮੈਂ ਕੋਈ ਗੱਲ ਨਹੀਂ ਹੈ ਨਾ, ਅਤੇ ਕਿਉਂਕਿ ਕਈ ਵਾਰੀ ਪਤਾ ਨਹੀਂ ਲੱਗਦਾ ਹੈਗਾ। ਅਤੇ ਬਾਕੀ ਮੈਨੂੰ ਦੱਸ ਦਿਓ ਸਾਨੂੰ। ਅਸੀਂ ਹੋ ਸਕਦਾ ਵੀ ਕੈਮੀਕਲਾਂ ਦੀ ਜਿਹੜੀ ਰਸਾਇਣਕ ਵਰਤੋਂ ਆ ਵੀ ਉਹ ਘੱਟ ਤੋਂ ਘੱਟ ਕਰੀਏ, ਚਾਹੇ ਉਹ ਖਾਣੇ ਦੇ ਵਿੱਚ ਆ, ਚਾਹੇ ਕਿਵੇਂ ਵੀ ਆ। ਖਾਣਾ ਵੀ ਸ਼ੁੱਧ ਖਾਈਏ, ਹਲਕਾ ਫੁਲਕਾ ਖਾਈਏ, ਠੀਕ ਹੈ। ਸਾਡੇ ਸਰੀਰ ਉਹਦੇ ਨਾਲ ਵੀ ਤੰਦਰੁਸਤ ਰਹਿਣਗੇ। ਬੂਟੇ ਉਗਾਈਏ, ਬੂਟਿਆਂ ਦੀ ਸਾਂਭ ਸੰਭਾਲ ਕਰੀਏ, ਜਿੱਥੋਂ ਸਾਨੂੰ ਆਕਸੀਜਨ ਜ਼ਿਆਦਾ ਮਾਤਰਾ ਦੇ ਵਿੱਚ ਮਿਲ ਸਕੇ। ਅਸੀਂ ਉਹ ਚੀਜ਼ਾਂ ਦੇਖਣੀਆਂ ਨੇ। ਮੇਰੇ ਭੈਣ ਜੀ ਨੂੰ ਪਤਾ ਨਹੀਂ, ਉਹਦਾ ਮੇਰੇ ਕੋਲ ਨੈਟਵਰਕ ਦੀ ਪ੍ਰੋਬਲਮ ਆ, ਉਹ ਸੁਣ ਨਹੀਂ ਸਕੇ। ਉਹਨਾਂ ਨੇ ਹੀ ਮੈਨੂੰ ਬਹੁਤ ਹੌਸਲਾ ਦਿੱਤਾ ਸੀ। ਮੈਂ ਖੈਰ ਨਹੀਂ ਸੀ ਆਉਣ ਦੀ ਹਿੰਮਤ ਕਰ ਰਹੀ। ਭੈਣ ਜੀ ਕਹਿੰਦੇ ਰੂਪਾ ਤੂੰ ਬੋਲ, ਤੂੰ ਇੱਕ ਦਿਨ ਜ਼ਰੂਰ ਉੱਥੇ ਆ। ਅਤੇ ਮੈਂ ਰਜੇਵਿਆਂ ਦੇ ਕਰਕੇ ਪ੍ਰੋਗਰਾਮ ਨਹੀਂ ਸੀ ਦੇਖ ਸਕਦੀ ਕਈ ਦਿਨਾਂ ਤੋਂ। ਫਿਰ ਭੈਣ ਜੀ ਮੈਨੂੰ ਰੋਜ਼ਾਨਾ ਹੀ 11 ਵਜੇ ਕਹਿੰਦੇ ਹੁੰਦੇ ਸੀ, ਅਤੇ ਮੇਰਾ ਅਲਾਰਮ ਲੱਗਿਆ ਹੁੰਦਾ 10:55 ਦਾ ਸਵੇਰ ਦਾ। ਮੈਂ ਸਾਰੇ ਕੰਮ ਛੱਡ ਕੇ ਲੋਕਧਾਰਾ ਗਰੁੱਪ ਮੈਂ ਔਨ ਕਰ ਲੈਂਦੀ ਹਾਂ, ਉਸੇ ਵਕਤ ਆ ਜਾਂਦੀ ਹਾਂ ਅਤੇ ਬੈਠਦੀ ਹਾਂ। ਅਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਵੀ ਜ਼ਰੂਰ ਆਪਣੇ ਅਲਾਰਮ ਲਾ ਲਓ। ਜੇ ਹੋਰ ਫੇਸਬੁੱਕ ਨਹੀਂ ਦੇਖਣੀ ਨਾ ਦੇਖਿਓ, ਪਰ 11 ਵਜੇ ਲੋਕਧਾਰਾ ਗਰੁੱਪ ਦੇ ਵਿੱਚ ਜ਼ਰੂਰ ਸ਼ਾਮਲ ਹੋਇਆ ਕਰੋ। ਸਾਰੇ ਭੈਣ ਭਰਾਵਾਂ ਦੇ ਵਿਚਾਰ ਸੁਣਿਆ ਕਰੋ, ਆਪਣੇ ਵਿਚਾਰ ਰੱਖਿਆ ਕਰੋ, ਸਾਂਝੇ ਕਰਿਆ ਕਰੋ, ਤਾਂ ਕਿ ਆਪਾਂ ਇਸ ਗਰੁੱਪ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ। ਇੰਸ਼ਾਅੱਲਾ ਆਪਣਾ ਇਹ ਗਰੁੱਪ ਤੰਦਰੁਸਤੀਆਂ ਦੇ ਨਾਲ, ਚੜ੍ਹਦੀਆਂ ਕਲਾ ਦੇ ਵਿੱਚ ਰਹੇ, ਤੰਦਰੁਸਤ ਖੁਸ਼ਹਾਲ ਰਹੇ। ਕਿਉਂਕਿ ਇਹ ਗਰੁੱਪ ਵਾ ਜਿਹੜਾ, ਇੱਕ ਗਰੁੱਪ ਨਹੀਂ, ਬਹੁਤ ਵੱਡਾ ਖੁਸ਼ੀਆਂ ਆਪਾਂ ਨੂੰ ਦਿੱਤੀਆਂ ਨੇ। ਬਹੁਤ ਮੈਨੂੰ ਕਈ ਵਾਰੀ ਦੀ ਇੱਕ ਮੈਂ ਥੋੜ੍ਹੀ ਪਰਸਨਲੀ ਸਮਝ ਲਓ, ਤੁਸੀਂ ਪਰਸਨਲ ਵੀ ਨਹੀਂ ਇੰਨੀ ਹੋ ਸਕਦੀ। ਅਤੇ ਇੱਥੇ ਮੈਂ ਵਿਚਾਰ ਦਿੰਦੀ ਹੁੰਦੀ ਸੀ ਪਹਿਲਾਂ ਬਹੁਤ ਜ਼ਿਆਦਾ, ਜਿਵੇਂ ਕੋਈ ਪੋਸਟ ਚੱਲਦੀ ਸੀ, ਅਤੇ ਮੈਨੂੰ ਕਈ ਬੱਚਿਆਂ ਦੇ PhD ਵਾਲਿਆਂ ਦੇ ਮੈਸੇਜ ਆਏ ਕਿ ਆਂਟੀ ਅਸੀਂ ਤੁਹਾਡੇ ਉਹ ਵਿਚਾਰ ਆਪਣੇ ਥੀਸਸ ਦੇ ਵਿੱਚ ਅਸੀਂ ਐਡ ਕਰ ਸਕਦੇ ਹਾਂ। ਅਤੇ ਮੈਂ ਕਿਹਾ ਵੀ ਜਿਹੜੇ ਵਿਚਾਰ ਹੁੰਦੇ ਖੁੱਲ੍ਹੇ ਹੁੰਦੇ ਨੇ, ਵਿਚਾਰ ਤਾਂ ਆਪਾਂ ਰੱਖਦੇ ਖੁੱਲ੍ਹੇ, ਕੋਈ ਵੀ ਵਰਤੇ ਉਸ ਨੂੰ, ਇਹਦੇ ਕਿਸੇ ਦੀ ਕੋਈ ਉਹ ਨਹੀਂ ਹੁੰਦੀ ਹੈਗੀ ਕਿ ਅਸੀਂ ਹੀ ਇਸ ਨੂੰ ਇਹਦੇ 'ਤੇ ਆਪਣਾ ਕਬਜ਼ਾ ਕਰ ਲਿਆ ਕਿ ਅਸੀਂ ਲਿਖਦੇ ਅਤੇ ਸਾਡੇ ਹੀ ਹੋ ਗਏ। ਨਹੀਂ, ਵਿਚਾਰ ਤਾਂ ਸਭਨਾਂ ਦੇ ਹੁੰਦੇ ਨੇ। ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰਿਆਂ ਨੇ ਮੇਰਾ ਸਹਿਯੋਗ ਦਿੱਤਾ। ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਮੇਰੇ ਲੋਕਧਾਰਾ ਪਰਿਵਾਰ ਸਦਾ ਚੜ੍ਹਦੀ ਕਲਾ ਦੇ ਵਿੱਚ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।